ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਜੁਗੋ ਜੁਗੋ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਅਜ਼ਮਤ ਬਖਸ਼ਿਸ਼ ਚੜ੍ਹਦੀ ਪ੍ਰਭਾਤ ਅਸੀਂ ਗੁਰੂ ਹਜ਼ੂਰੀ ਨੂੰ ਮਾਣ ਰਹੇ ਹਾਂ। ਆਪ ਭਾਵੇਂ ਗੁਰੂ ਦਰਬਾਰ ਹਾਜ਼ਰ ਹੋ ਜਾਂ ਘਰਾਂ ਥਾਵਾਂ ਤੋਂ ਟੈਲੀਵਿਜ਼ਨ ਰਾਹੀਂ ਗੁਰ ਸ਼ਬਦ ਦੀ ਮਹਿਮਾ ਦੇ ਨਾਲ ਆਪਣੀ ਸੁਰਤ ਨੂੰ ਜੋੜ ਰਹੇ ਹੋ, ਵਡਭਾਗਤਾ ਹੈ। ਸਵੇਰ ਸਮੇਂ ਦਾ ਗੁਰਦੁਆਰਾ ਸਾਹਿਬ ਜੀ ਦਾ ਇਹ ਦੀਵਾਨ ਚੱਲ ਰਿਹਾ ਹੈ। ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਤੋਂ ਉਪਰੰਤ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਜੋ ਅੱਜ ਦਾ ਗੁਰਬਚਨ ਹੈ, ਗੁਰਵਾਕ ਹੈ, ਗਿਆਨੀ ਜੀ ਨੇ ਸਾਨੂੰ ਪਾਠ ਰੂਪ ਵਿੱਚ ਸਰਵਨ ਕਰਵਾਇਆ ਹੈ। ਬਚਨ ਆਪਨੇ ਸਰੋਤ ਪਾ ਲਿਆ ਹੈ। ਅਗਲੇਰੇ ਬਣਦੇ ਸਮੇਂ ਵਿੱਚ ਇਹਨਾਂ ਗੁਰਵਾਕਾਂ ਦੀ ਵਿਆਖਿਆ ਅਸੀਂ ਕਰਾਂਗੇ। ਆਓ ਮੈਨੂੰ ਰਸਮੀ ਤੌਰ 'ਤੇ ਕੁਝ ਕਹਿਣ ਦੀ ਇਜਾਜ਼ਤ ਬਖਸ਼ਦਿਆਂ ਹੋਇਆਂ ਸਭ ਪ੍ਰੇਮ ਫਤਿਹ ਬੁਲਾਉਣੀ, ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਗੁਰਵਾਕ ਬਿਲਾਵਲ ਰਾਗ ਦੀ ਰਚਨਾ ਹੈ। ਮਹਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਬਚਨ ਦੀ ਵਿਆਖਿਆ ਹਮੇਸ਼ਾ ਦੀ ਤਰ੍ਹਾਂ ਮੁੱਖ ਸੁਨੇਹੇ ਦੇ ਪਦੇ ਤੋਂ ਕਰ ਰਹੇ ਹਾਂ, ਜੋ ਕਿ ਇਸ ਸ਼ਬਦ ਦਾ ਧੁਰਾ ਹੈ, ਜੋ ਕਿ ਸੈਂਟਰਲ ਆਈਡੀਆ ਹੈ। ਗੁਰਦੇਵ ਜ਼ਿਕਰ ਕਰਦੇ ਨੇ, ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ, ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ। ਰਹਾਓ। ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ। ਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਕਰਾਉਂਦੇ ਕਿ ਜਿਹੜਾ ਮਨੁੱਖੀ ਜੀਵਨ ਆ, ਇਹ ਕਿਸੇ ਸਿੱਖਿਆ 'ਤੇ ਨਿਰਧਾਰਿਤ ਹੋਣਾ ਚਾਹੀਦਾ ਆ। ਮਤਲਬ ਇਹ ਕਿ ਜਿਹਨੂੰ ਅਸੀਂ ਐਵੋਲੂਸ਼ਨ ਕਹਿੰਦੇ ਹਾਂ, ਇਵੋਲਵ ਹੋਣੀਆਂ ਚੀਜ਼ਾਂ। ਐਵੋਲੂਸ਼ਨ ਸਿਰਫ ਬਹਿਰੂਨੀ ਪਦਾਰਥਕ ਦੁਨੀਆ ਦੇ ਵਿੱਚ ਜਾਂ ਜਿਹੜੇ ਐਲੀਮੈਂਟਸ ਨੇ ਇਹਨਾਂ ਦੇ ਥਰੂ ਹੀ ਨਹੀਂ ਹੁੰਦਾ। ਮਨੁੱਖ ਦੇ ਜੀਵਨ ਵਿਹਾਰ, ਸੋਚ ਸਮਝ, ਰਹਿਣ ਸਹਿਣ, ਹਰ ਚੀਜ਼ ਦੇ ਵਿੱਚ ਐਵੋਲੂਸ਼ਨ ਹੁੰਦਾ ਹੈ। ਸੋ ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਕਾਲ ਆਪਣਾ ਚੱਕਰ ਅੱਗੇ ਪਸਾਰਦਾ ਹੈ, ਸਾਡੇ ਆਲੇ ਦੁਆਲੇ ਚੀਜ਼ਾਂ ਦੀ ਨੁਹਾਰ ਬਦਲਦੀ ਹੈ, ਉਹਨਾਂ ਦਾ ਰੂਪ ਰੰਗ ਬਦਲਦਾ ਹੈ, ਸਾਡੀ ਸੋਚ ਸਮਝ ਦਾ ਲੈਵਲ ਵੀ ਬਦਲਦਾ ਹੈ। ਉਹਦੇ ਵਿੱਚ ਵੀ ਤਬਦੀਲੀ ਆਉਂਦੀ ਹੈ, ਚੇਂਜਸ ਆਉਂਦੇ ਨੇ, ਸਭ ਚੀਜ਼ਾਂ ਆਉਂਦੀਆਂ ਨੇ।
ਜੇ ਅਸੀਂ ਦੇਖੀਏ ਤੇ ਰੂਹਾਨੀ ਪੱਧਰ ਤੇ ਅਧਿਆਤਮੀ ਤਲ ਦੇ ਉੱਤੇ ਮਨੁੱਖ ਨੂੰ ਸਿੱਖਿਆ ਤੇ ਮੁੱਢ ਕਦੀਮਾਂ ਤੋਂ ਰਹੀ। ਜਦੋਂ ਤਾਂ ਬੰਦਾ ਇਸ ਧਰਤੀ ਤੇ ਪਸਰਿਆ ਹੋਏਗਾ ਉਦੋਂ ਤੋਂ ਲੈ ਕੇ ਸਾਡੇ ਕੋਲ ਪੁਰਾਣੀਆਂ ਤੋਂ ਪੁਰਾਣੀਆਂ ਲਿਖਾਵਟਾਂ ਮਿਲਦੀਆਂ ਨੇ, ਸਾਡੇ ਕੋਲ ਇਹੋ ਜਿਹੇ ਸਾਈਨ ਸਿੰਬਲਸ ਮਿਲਦੇ ਨੇ ਜਿਨ੍ਹਾਂ 'ਚ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਮਗਰ ਕਿਉਂਕਿ ਗੁਰਬਾਣੀ ਹੀ ਇਹ ਕਹਿ ਰਹੀ ਹੈ ਕਿ ਸੱਚ ਤੇ ਝੂਠ ਦਾ ਘੋਲ ਚੱਲ ਰਿਹਾ। ਇਹ ਕੁਦਰਤ ਨੇ ਬਣਾਈ ਇਸ ਤਰੀਕੇ ਨਾਲ, ਕਰਤੇ ਨੇ ਬਣਾਈ ਇਸ ਰੂਪ ਦੇ ਵਿੱਚ। ਇਹਦੇ 'ਚ ਸੱਚ ਤੇ ਝੂਠ ਘੁਲ ਰਹੇ ਨੇ। ਜੋ ਅਸੀਂ ਮਨੁੱਖ ਹਾਂ, ਅਸੀਂ ਸੱਚ ਜਾਂ ਝੂਠ ਦੋਵਾਂ ਦੇ ਕਿਸੇ ਇੱਕ ਪੱਖ ਦੇ ਵਿੱਚ ਪੈਂਤੜਾ ਲੈਣਾ ਹੁੰਦਾ ਹੈ। ਵੀ ਐਕਚੁਅਲੀ ਪਾਰਟੀਸਪੇਟ ਇਨ ਦੈਟ ਸਾਈਡ। ਕਈ ਵਾਰ ਇਹ ਵੀ ਨਹੀਂ ਕਿ ਬੰਦਾ ਇਕੱਲਾ ਝੂਠ ਦੇ 'ਚ ਹੀ ਪਾਰਟੀਸਪੇਟ ਕਰਦਾ ਹੈ। ਬੰਦਾ ਮੌਕੇ ਮੁਤਾਬਕ ਕਦੀ ਸੱਚ 'ਚ ਪਾਰਟੀਸਪੇਟ ਕਰਦਾ, ਕਦੀ ਝੂਠ 'ਚ ਕਰਦਾ। ਇਸ ਕਿਸਮ ਦਾ ਹੀ ਜੀਵਨ ਚੱਲਦਾ ਸਾਰਾ। ਮਗਰ ਜੋ ਅਧਿਆਤਮੀ ਤਲ ਦੇ ਉੱਤੇ ਬਾਤ ਰਹੀ ਉਹ 'ਚ ਇਹ ਰਿਹਾ ਕਿ ਜਿਹੜਾ ਭਾਵੇਂ ਉਹ ਬਿਲੀਵ ਸਿਸਟਮ ਹੈ, ਭਾਵੇਂ ਉਹ ਰਿਲੀਜਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਧਾਰਮਿਕ ਮਾਨਤਾਵਾਂ ਕਹਿ ਦਿੰਦੇ ਹਾਂ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹੋ ਜਿਹੇ ਪਰਿਪੇਖ, ਇਹੋ ਜਿਹੇ ਵਿਚਾਰ, ਇਹੋ ਜਿਹੇ ਖਿਆਲ, ਇਹੋ ਜਿਹੀ ਸੋਚ ਪੰਡਿਤ ਕਰ ਦਿੱਤੀ ਗਈ ਜਿਹੜੀ ਮਨੁੱਖ ਨੂੰ ਸੱਚ ਨਾਲ ਜੋੜਨ ਦੀ ਬਜਾਏ ਝੂਠ ਨਾਲ ਜੋੜ ਰਹੀ ਹੈ, ਸਹੀ ਨਾਲ ਜੋੜਨ ਦੀ ਬਜਾਏ ਆਡੰਬਰ ਨਾਲ ਜੋੜ ਰਹੀ ਹੈ। ਮਤਲਬ ਉਸ ਕਿਰਿਆ ਕਲਾਪ ਨੂੰ ਕਰਦਿਆਂ ਹੋਇਆਂ, ਜਿਹਨੂੰ ਅਸੀਂ ਕਰਮ ਕਾਂਡ ਵੀ ਕਈ ਵਾਰੀ ਕਹਿ ਦਿੰਦੇ ਹਾਂ, ਲੱਗਦਾ ਤੇ ਹੈ ਕਰਮ ਕਿਸੇ ਖਾਸ ਪਰਪਸ, ਚੰਗੇ ਪਰਪਸ ਲਈ ਹੋ ਰਿਹਾ, ਪਰ ਪਰਪਸ ਸਰਵ ਨਹੀਂ ਹੋ ਰਿਹਾ। ਸੋ ਸਾਰੇ ਨੂੰ ਜਦੋਂ ਵੀ ਚੰਗੇਰੇ ਲੋਕਾਂ ਨੇ, ਜਿਨ੍ਹਾਂ ਨੂੰ ਕੁਦਰਤ ਨੇ ਕੁਝ ਇਹੋ ਜਿਹੀ ਸੋਝੀ ਦਿੱਤੀ ਜਾਂ ਇਹੋ ਜਿਹਾ ਰੋਲ ਦਿੱਤਾ ਪਲੇ ਕਰਨ ਵਾਸਤੇ, ਉਹ ਅਵੇਅਰ ਹੋਏ, ਉਹਨਾਂ ਨੇ ਦੂਜੇ ਲੋਕਾਂ ਨੂੰ ਅਵੇਅਰ ਕੀਤਾ ਅਤੇ ਉਸ ਬਾਬਤ ਉਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਕੰਟਰੀਬਿਊਟ ਵੀ ਕੀਤਾ। ਸਾਡੇ ਕੋਲ ਇਹੋ ਜਿਹੀਆਂ ਰੂਹਾਂ ਦੇ ਕੰਟਰੀਬਿਊਸ਼ਨ ਨੂੰ ਵੇਖਣ ਦਾ ਨਜ਼ਰੀਆ ਗੁਰਬਾਣੀ ਹੈ, ਕਿਉਂਕਿ ਉਹਨਾਂ ਰੂਹਾਂ ਨੇ ਗੁਰਬਾਣੀ ਪ੍ਰੋਡਿਊਸ ਕੀਤੀ, ਉਹਨੂੰ ਫੈਲਾਇਆ, ਪ੍ਰਸਾਰਿਆ, ਮਨੁੱਖਤਾ ਵਾਸਤੇ ਉਹਨੂੰ ਇਜ਼ਹਾਰ ਵਿੱਚ ਲੈ ਕੇ ਆਂਦਾ। ਪਰ ਅੱਜ ਵੀ ਤੁਸੀਂ ਦੇਖਦੇ ਹੋ ਬੜੇ ਲੋਕ ਨੇ, ਉਹ ਕਹਿੰਦੇ ਤੁਹਾਡਾ ਸਕ੍ਰਿਪਚਰ ਹੈ, ਸਾਡਾ ਆ, ਤੁਹਾਡੀਆਂ ਰਾਈਟਿੰਗ ਨੇ, ਸਾਡੀਆਂ ਰਾਈਟਿੰਗ ਨੇ। ਇਸ ਕਿਸਮ ਦੇ ਨਾਲ ਲੋਕ ਮੁਤਾਲਿਆ ਕਰਦੇ ਨੇ ਅਤੇ ਇਹ ਕੋਈ ਨਵੀਂ ਬਾਤ ਵੀ ਨਹੀਂ ਹੈ। ਜੇ ਅਸੀਂ ਗੁਰਬਾਣੀ ਨੂੰ ਪੜ੍ਹੀਏ ਨਾ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਅਹਿਸਾਸ ਕਰਾਉਂਦੇ, ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਮਤਲਬ ਇੰਨਾ ਸਪੈਸੀਫਿਕਲੀ ਐਮਫਸਾਈਜ਼ ਕਰਕੇ, ਜ਼ੋਰ ਦੇ ਕੇ ਗੁਰੂ ਅਮਰਦਾਸ ਸਾਹਿਬ ਨੂੰ ਕਿਉਂ ਕਹਿਣਾ ਪਿਆ? ਕਿਉਂਕਿ ਪੋਸੀਬਿਲਿਟੀ ਸੀ ਕਿ ਇਹਦੇ ਮੁਕਾਬਲਤਨ ਇੱਕ ਦੂਜੀ ਚੀਜ਼ ਨੂੰ ਲਿਆਂਦਾ ਜਾਂਦਾ, ਅਤੇ ਵਕਤ ਬਹੁਤਾ ਲੱਗਾ ਨਹੀਂ ਗਾ। ਆਪ ਮਿਹਰਬਾਨ ਵਾਲੀ ਜਨਮ ਸਾਖੀ ਪੜ੍ਹੋ, ਗੁਰੂ ਕੀ ਅੰਸ਼ ਬੰਸਿਆ। ਬਹੁਤ ਸਾਰੇ ਐਸੇ, ਮਤਲਬ ਕੁਝ ਤੇ ਇਹੋ ਜਿਹੇ ਬੋਲ ਵੀ ਨੇ ਜਿਹੜੇ ਇਤਨੇ ਜ਼ਿਆਦਾ ਰਲਗੜ ਲੱਗਦੇ ਨੇ ਗੁਰਬਾਣੀ ਦੇ ਨੇੜੇ ਜਾ ਕੇ, ਬੰਦਾ ਸੋਚਦਾ ਹੈ ਇਹ ਗੁਰੂ ਸਾਹਿਬ ਦੀ ਬਾਣੀ ਹੈ। ਜਿਵੇਂ ਤੁਸੀਂ ਆਮ ਕਰਕੇ ਪੰਜਾਬ ਦੇ ਵਿੱਚ ਗੱਡੀਆਂ 'ਤੇ ਲਿਖਿਆ ਹੋਇਆ, ਆਲੇ ਦੁਆਲੇ ਲੋਕਾਂ ਦੇ ਮੂੰਹਾਂ ਤੋਂ ਸੁਣਿਆ ਹੋਏ ਕਦੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਨਹੀਂ ਹੈ, ਇਹ ਐਕਚੁਅਲੀ ਮਿਹਰਬਾਨ ਦੀ ਲਿਖਾਵਟ ਹੈ। ਪਰ ਨਾਨਕ ਮੋਰ ਨਾਲ ਆ, ਲੱਗਦਾ ਵੀ ਐਵੇਂ ਬਿਲਕੁਲ ਹਾਂ ਠੀਕ ਗੱਲ ਹੈ ਬਈ। ਇਸ ਰੂਪ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਬੋਲ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ। ਸੋ ਬਾਣੀ ਉਹ, ਬਚਨ ਉਹ, ਬੋਲ ਉਹ ਜਿਹੜਾ ਬਿਲਕੁਲ ਪਿਓਰ ਹੋਏ, ਜਿਹਦੇ ਨਾਲ ਸਾਡਾ ਕਲਿਆਣ ਹੋ ਸਕੇ। ਜਦੋਂ ਗੁਰੂ ਅਰਜਨ ਸਾਹਿਬ ਇਸ ਸਾਰੀ ਰਚਨਾ ਨੂੰ ਨਵੇਂ ਸਿਰੇ ਤੋਂ ਆਡਿਟ ਕਰ ਰਹੇ ਨੇ, ਕੰਪਾਈਲ ਕਰ ਰਹੇ ਨੇ, ਉਸ ਨੂੰ ਲਿਖਵਾ ਰਹੇ ਨੇ ਦੁਬਾਰਾ ਭਾਈ ਗੁਰਦਾਸ ਜੀ ਦੇ ਨਾਲ, ਉਸ ਵਕਤ ਗੁਰੂ ਸਾਹਿਬ ਨੇ ਅਨਾਊਂਸਮੈਂਟ ਵੀ ਕਰਵਾਈ ਕਿ ਭਾਈ ਜੇ ਕਿਸੇ ਹੋਰ ਨੂੰ ਲੱਗਦਾ ਕੋਈ ਇਹੋ ਜਿਹੇ ਬਚਨ ਬੋਲ, ਕੋਈ ਇਹੋ ਜਿਹੀ ਅਧਿਆਤਮੀ ਸੇਧ ਦੇਣ ਵਾਲੇ ਕੁਝ ਖਿਆਲ ਹੈ ਕਿਸੇ ਦੇ ਕੋਲ, ਜਿਹੜੇ ਮਨੁੱਖਤਾ ਦੇ ਕਲਿਆਣ ਹਿੱਤ ਸਾਂਭੇ ਜਾਣੇ ਚਾਹੀਦੇ ਨੇ, ਭਾਈ ਲੈ ਆਓ। ਆਪਾਂ
ਮਨੁੱਖਤਾ ਦਾ ਸਾਂਝਾ ਖਜ਼ਾਨਾ ਤਿਆਰ ਕਰ ਰਹੇ ਹਾਂ। ਉੱਜ ਕੁਝ ਆਏ, ਜਿਵੇਂ ਪੀਲੂ ਆਇਆ, ਛੱਜੂ ਆਇਆ, ਅਸੀਂ ਪੜ੍ਹਦੇ ਹਾਂ ਇਸ ਰੂਪ ਹਿਸਟੋਰੀਕਲੀ। ਅਤੇ ਜਦੋਂ ਗੁਰੂ ਬਾਬਾ ਜੀ ਕੋਲ ਆਏ ਤਾਂ ਗੁਰੂ ਬਾਬਾ ਜੀ ਕਹਿੰਦੇ ਭਾਈ ਸੁਣਾਓ। ਅਤੇ ਉਹ ਕਹਿੰਦੇ ਨੇ ਕਿ ਉਹ ਸ਼ੁਰੂ ਹੋਇਆ ਜਿਹੜਾ ਹੈਗਾ ਸ਼ਾਇਦ ਪੀਲੂ, ਅਤੇ ਉਹ ਪਹਿਲੀ ਗੱਲ ਇੱਥੋਂ ਸ਼ੁਰੂ ਕੀਤੀ ਉਹਨੇ, ਕਹਿੰਦਾ ਮੈਂ ਉਹੀ ਰੇ, ਮੈਂ ਉਹੀ ਰੇ। ਬਾਬਾ ਜੀ ਕਹਿੰਦੇ ਬਸ ਕਰ ਭਾਈ, ਇਹ ਮੈਂ ਦੀ ਗੱਲ ਨਹੀਂ, ਇਹ ਤੂੰ ਦੀ ਗੱਲ ਹੈ। ਇਹਦੇ 'ਚ ਇਹ ਤੇ ਬੰਦੇ ਦੀ ਆਪਣੀ ਝੋਲੀ 'ਚ ਬਤੇਰਾ ਪਿਆ, ਮੈਂ ਤੇ ਉਹ ਹਰ ਵਕਤ ਕਰਦਾ ਫਿਰਦਾ ਹੈ। ਅਸੀਂ ਤੇ ਤੂੰ ਕਰਨਾ ਸਿਖਾਉਣਾ ਹੈ, ਅਸੀਂ ਤੇ ਇਸ ਨੂੰ ਇਹਦੇ ਤੋਂ ਬਾਹਰ ਕੱਢਣਾ ਆ। ਇਹ ਨਹੀਂ ਬਾਤ ਚੱਲਣੀ ਹੈਗੀ। ਇਹ ਬਾਣੀ ਮਨੁੱਖ ਨੂੰ ਮਨੁੱਖ ਦੇ ਅਸਲੇ ਬਾਰੇ ਦੱਸੇਗੀ, ਕੂੜ ਬਾਰੇ ਨਹੀਂ ਦੱਸੇਗੀ। ਕੂੜ ਬਾਰੇ ਤੈਨੂੰ ਬੜਾ ਪਤਾ ਆ, ਕੂੜ ਤੇ ਗਵਾਚਾ ਪਿਆ ਵੈਸੇ ਹੀ। ਇਹ ਤੇ ਕੂੜ ਦੀ ਪਾਲ ਤੋੜੇਗੀ ਤੇ ਸਚਿਆਰ ਬਣਾਏਗੀ ਇਸ ਨੂੰ। ਇਹ ਬਾਣੀ ਹੈ। ਸੋ ਇਸ ਕਿਸਮ ਦੇ ਸੰਦੇਸ਼ ਦੇ ਨਾਲ ਇਹ ਸਾਰੇ ਦਾ ਸਾਰਾ ਰਚਨ ਮੰਡਲ ਭਰਿਆ ਆ। ਤੇ ਗੁਰੂ ਅਰਜਨ ਸਾਹਿਬ ਇੱਥੇ ਲਿਟਰਲੀ ਤੌਰ ਤੇ ਕਹਿ ਰਹੇ ਨੇ, ਆ ਸ਼ਬਦ ਦੇਖੋ ਰਹਾ ਉਹਦਾ ਬੰਦ, ਸੁਣ ਸੁਣ ਜੀਵੈ ਦਾਸ। ਮਤਲਬ ਇਹ ਆਪਣੇ ਆਪ ਤੇ ਬਾਤ ਰੁਕਾਈ ਜਾ ਰਹੀ ਹੈ। ਮੁਝ ਅਦਨੇ ਨੂੰ ਜੀਵਨ ਆ ਸੁਣ ਕੇ ਮਿਲਦਾ ਹੈ। ਜਿਵੇਂ ਜਿਵੇਂ ਮੈਂ ਸੁਣਦਾ ਆ, ਫਿਰ ਦੇਖਿਓ ਜੇ ਅੱਜ ਹੀ ਮੈਂ ਬਾਈ ਚਾਂਸ ਤੋਂ ਆ ਰਿਹਾ ਸੀ, CBC ਦੀਆਂ ਕੁਝ ਹੈਡਲਾਈਨ ਸੁਣ ਰਿਹਾ ਸੀਗਾ, ਐਂਡ ਦੇ ਵਰ ਟਾਕਿੰਗ ਅਬਾਊਟ mental health situation, especially due to pandemic. Nowadays it's worse. People are going through with a lot of trouble, a lot of problems. They're actually, you can say, the mind, this especially box is creating so much misery, they're not able to handle it. ਇਸ ਕਿਸਮ ਦੀ ਬਾਤ ਆ ਰਹੀ ਹੈ। ਹੁਣ ਜਦੋਂ ਅਸੀਂ ਇਹ ਸਾਰੀ ਬਾਤ ਦੇਖਦੇ ਹਾਂ ਤਾਂ ਪਤਾ ਇਹ ਲੱਗਦਾ ਹੈ ਕਿ ਬੰਦੇ ਨੂੰ ਆਪਣੇ ਆਪੇ ਨੂੰ ਸਮਝਣ ਵਿੱਚ ਦਿੱਕਤ ਆ ਰਹੀ ਹੈ, ਮੁਸ਼ਕਲ ਆ ਰਹੀ ਹੈ। ਉਹਦੇ ਵਿੱਚ ਗਵਾਚ ਗਿਆ ਜੋ ਅਸਲ ਵਿੱਚ ਹੈ ਨਹੀਂ, ਜੋ ਰਿਐਲਿਟੀ ਨਹੀਂ, ਜੋ ਝੂਠ ਹੈ। ਉਸ ਦੁਨੀਆ ਦੇ ਮਗਰ ਭੱਜ ਰਿਹਾ, ਪਰਛਾਵਿਆਂ ਦੇ ਮਗਰ ਭੱਜ ਰਿਹਾ, ਤੇ ਉਹ ਪਰਛਾਵਿਆਂ ਦੇ ਮਗਰ ਭੱਜਦਾ ਹੋਇਆ ਦੁਖੀ ਹੋ ਰਿਹਾ, ਪਰੇਸ਼ਾਨ ਹੋ ਰਿਹਾ, ਬੇਜ਼ਾਰ ਹੋ ਰਿਹਾ। ਇਹੋ ਜਿਹੀ ਚੀਜ਼ ਹੋ ਜਾਏ, ਉਹਨੂੰ ਸੱਚ ਦਾ ਪਤਾ ਲੱਗ ਜਾਏ। ਤੇ ਸੱਚ ਇਹ ਹੈ, ਕੁਦਰਤ ਨੇ ਜਿਸ ਮਿੱਟੀ ਨੂੰ ਜ਼ਿੰਦਗੀ ਦਿੱਤੀ ਹੈ ਤੇ ਉਹਦਾ ਕੋਈ ਬਹੁਤ ਵੱਡਾ ਕਰਮ ਹੈ। ਜੇ ਉਹਨੇ ਸਾਨੂੰ ਇਸ ਪੈਂਡੈਮਿਕ ਦੇ ਵਿੱਚ ਵੀ ਜਿਉਂਦੇ ਰੱਖਿਆ ਆ, ਤਾਂ ਸਾਡੇ ਤੋਂ ਕੋਈ ਚੰਗਾ ਕੰਮ ਕਰਾਉਣਾ ਚਾਹੁੰਦਾ ਆ। ਸਾਡਾ ਕੋਈ ਜੇ ਇਹੀ ਐਕਚੁਅਲੀ ਕੋਈ ਵੱਡਾ ਪਰਪਸ ਹੈ ਜਿਹੜਾ ਸਰਵ ਕਰਨ ਵਾਸਤੇ ਆਏ ਹਾਂ ਅਸੀਂ। ਸੋ ਇਸ ਕਰਕੇ ਛੋਟੀਆਂ ਛੋਟੀਆਂ ਚੀਜ਼ਾਂ 'ਚ ਕਿਉਂ ਉਲਝਣਾ ਹੈਗਾ। ਪਰ ਇਸ ਬਾਬਤ ਜੇ ਪਤਾ ਹੋਏ, ਹੂ ਐਮ ਆਈ, ਸੈਕਿੰਡ ਵਾਟ ਇਜ਼ ਦਾ ਪਰਪਸ ਆਫ ਲਾਈਫ, ਇਸ ਕਿਸਮ ਦਾ ਅਹਿਸਾਸ ਬੰਦੇ ਦੀ ਸੁਰਤ 'ਚ ਆ ਜਾਏ। ਸਾਹਿਬ ਕਹਿੰਦੇ ਇਹ ਜੇ ਬਾਣੀ ਮੈਂ ਸੁਣਦਾ ਹਾਂ ਤੇ ਮੈਨੂੰ ਲੱਗਦਾ ਮੇਰਾ ਜੀਵਨ ਚੱਲ ਰਿਹਾ ਹੈ। ਇਹ ਜਿਹੜੀ ਚੀਜ਼ ਮੈਨੂੰ ਜੀਵਨ ਦੇ ਰਹੀ ਹੈ। ਫਿਰ ਮੈਂ ਬੇਨਤੀ ਕਰਾਂਗਾ, ਜੇ ਬਾਤ ਕਰ ਰਿਹਾ ਸੀਗਾ, ਜੀਵਨ ਸਿਰਫ ਖੁਰਾਕ ਖਾਣ ਨਾਲ ਤੇ ਪੋਸ਼ਾਕ ਪਾਉਣ ਨਾਲ ਨਹੀਂ ਚੱਲਦਾ। ਜੀਵਨ ਚੰਗੀ ਸੋਚ ਨਾਲ ਚੱਲਦਾ ਹੈ। ਜੇ ਤੁਹਾਨੂੰ ਸਹੀ ਰੂਪ ਦੇ ਵਿੱਚ ਤੁਹਾਡੀ ਮੈਂਟਰਿੰਗ ਨਹੀਂ ਹੁੰਦੀ, ਤੁਹਾਨੂੰ ਉਸ ਕਿਸਮ ਦੇ ਨਾਲ ਖਿਆਲਾਤ, ਸੋਝੀ, ਸਿੱਖਿਆਵਾਂ ਨਹੀਂ ਮਿਲਦੀਆਂ, ਜੀਵਨ ਆਪਣੇ ਆਪ 'ਚ ਭਾਰ ਹੋ ਜਾਂਦਾ। ਬੰਦੇ 'ਚ ਐਬਿਲਿਟੀ ਹੈ, ਬੰਦਾ ਆਪਣੇ ਮੋਢਿਆਂ 'ਤੇ ਦੁਨੀਆ ਭਰ ਦਾ ਭਾਰ ਚੁੱਕ ਕੇ ਤੁਰ ਸਕਦਾ ਹੈ। ਪਰ ਆਪ ਦੇਖੋਗੇ ਜਦੋਂ ਡਿਪਰੈਸ਼ਨ ਵਗੈਰਾ ਆਉਂਦਾ ਹੈ, ਬੰਦੇ ਦੇ ਆਪਣੇ ਮੋਢੇ ਡਿੱਗ ਜਾਂਦੇ ਨੇ। ਜਿਹੜੀ ਬੋਡੀ ਲੈਂਗੁਏਜ ਆ, ਉਹਦੇ ਆਪਣੇ ਭਾਰ, ਉਹਦੇ ਆਪਣੇ ਪੈਰ ਉਹਦਾ ਭਾਰ ਨਹੀਂ ਚੁੱਕ ਰਹੇ। ਉਹਨੇ ਕਿਸੇ ਦੇ ਪੈਰਾਂ, ਕਿਸੇ ਦੇ ਭਾਰ ਨੂੰ ਤਾਂ ਕੀ ਚੱਕਣਾ ਹੈਗਾ। ਜਿਵੇਂ ਸਾਡੇ ਰਵਿੰਦਰ ਸਿੰਘ ਮਸਰੂਰ ਉਹ ਸ਼ਾਇਰਾਨਾ ਅੰਦਾਜ਼ 'ਚ ਲਿਖਦੇ ਨਾ, ਪੈਰਾਂ 'ਤੇ ਸਿਰਫ ਮੈਂ ਹਾਂ ਕਿ ਤੁਰਨਾ ਮੁਹਾਲ ਹੈ। ਪੈਰਾਂ 'ਤੇ ਕੋਈ ਹੋਰ ਨਹੀਂਗਾ, ਮੈਂ ਇਕੱਲਾ ਹੀ ਹਾਂ, ਪਰ ਫਿਰ ਵੀ ਤੁਰਨਾ ਮੁਹਾਲ ਹੋਇਆ ਪਿਆ। ਇਹ ਮੁਸ਼ਕਿਲ ਕੀ ਬਣ ਗਈ ਹੈ? ਮੁਸ਼ਕਿਲ ਇਹ ਹੈ ਕਿ ਜਿਹੜਾ ਮੋਢੇ ਦੇ ਉੱਤੇ ਆ ਲੱਗਾ ਹੋਇਆ, ਇਹਦੇ ਵਿੱਚ
कोई सही चीज़ पै जाए, सिक्ख्या सोझी, तो सोझी वो होए जिहड़ी ਉਹਦੇ बारे दसे जो असल विच मैं हाँ, जिहदे करके सब कुछ चल रहा है। ਉਹਨੂੰ तुम क्या आया। फिर सुनियो जो शब्द, सुन सुन जीवै दास तुम, तेरे बारे बाणी जन आखी। तो वो बाणी जन ने आखी। जन कौन ने? भगत कबीर जी, भगत रविदास जी, भगत सतना जी, भगत सैन जी, सतगुरु नानक साहब, गुरु अंगद साहब, गुरु अमरदास साहब, ये जन ने जो जानते ने, जिहड़े जानकार ने, जिहड़े रियलिटी दे नेड़े चले गए ने। पीपल हू नो द रियलिटी, दोज आर द जन, क्योंकि उन्होंने यदि वो इनलाइटेड वन ने, उन्होंने सोझी है। तो वो सोझी दे नाल बाणी दास तुम बाणी जन आखी, तेरे बारे बाणी कहते हो, तेरे बोल बनया बयान कर दे। अब होर एहसास करो, वी आर द सिख ऑफ गुरु नानक साहब। यू नो, गुरु नानक साहब ने सिੱਖੀ स्कूल ऑफ थॉट ਨੂੰ ਧਰਤੀ ਦੇ ਉੱਤੇ ਪ੍ਰੈਜ਼ੈਂਟ ਕੀਤਾ। ਤੇ if anyone, any anonymous person who just have that much information and that individual is coming to listen or read Guru Granth Sahib, and then definitely he or she had sort of mindset, okay, I'm gonna find out who Guru Nanak was. I'm gonna find out Guru Nanak, what kind of life Guru Nanak Sahib has lived in this world. For that I will read Bani, पूरी बाणी पढ़ लो। पूरी बाणी ਦੇ ਵਿੱਚ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਨਾਂ ਨਹੀਂ ਮਿਲੇਗਾ। ਇਹੀ ਇਹਦੀ ਬਿਊਟੀ ਹੈ। ਇਹ ਜਿਹੜਾ ਇਹ ਲਿਖਾਵਟ ਆ, ਇਹਦੇ 'ਚ ਤੁਹਾਨੂੰ ਤੁਸੀਂ ਗੁਰੂ ਨਾਨਕ ਸਾਹਿਬ ਲੱਭੋ ਇਹਦੇ ਵਿੱਚੋਂ। ਅੱਛਾ, ਗੁਰੂ ਨਾਨਕ ਸਾਹਿਬ ਪਿੰਡ ਕਿਹੜਾ ਸੀਗਾ? ਉਹ ਤਾਂ ਲਿਖਿਆ ਹੀ ਹੋਣਾ ਬਾਬਾ ਜੀ ਨੇ ਵੀ ਮੈਂ ਫਲਾਣੇ ਪਿੰਡ 'ਚ ਪੈਦਾ ਹੋਇਆ ਸੀਗਾ ਨਾ। ਸਾਰੀ ਬਾਣੀ ਦੇ 'ਚ ਪਿਓਰ ਕਰਤਾਰ ਦਾ ਮੈਸੇਜ ਆ, ਬਸ ਕੁਛ ਵੀ ਹੋਰ ਨਹੀਂਗਾ। ਜਿੱਥੇ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਨਾ, ਤੇ ਪ੍ਰੈਜ਼ੈਂਟ ਵੀ ਕਿਵੇਂ ਕਰਦੇ ਕਿ ਮੈਂ ਤੇ ਕੁਝ ਵੀ ਨਹੀਂ। ਤੁਸੀਂ ਜਪਜੀ ਸਾਹਿਬ ਇਕੱਲਾ ਹੀ ਪੜੋ, ਉਹਦੇ 'ਚ ਤੁਸੀਂ ਪੰਕਤੀ ਪੌੜੀ ਪੜ੍ਹਦੇ ਹੈਗੇ ਹੋ ਕਿ ਅਸੰਖ ਮੂਰਖ ਹੰਦ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਲਵਟ ਹੱਤਿਆ ਕਮਾਹੇ। ਬਾਬਾ ਜੀ ਉਹਨਾਂ ਦੀ ਗਿਣਤੀ ਕਰਦੇ। ਇਹ ਡਾਈਵਰਸਿਟੀ ਆ ਵਰਲਡ ਜਿਹੜਾ ਬਣਿਆ ਆ, ਇਹਦੇ ਵਿੱਚ ਜਪਣ ਵਾਲਿਆਂ ਦੀ ਕਮੀ ਕੋਈ ਨਹੀਂ, ਆਰਾਧਨ ਵਾਲਿਆਂ ਦੀ ਕਮੀ, ਚੰਗਿਆਂ ਦੀ ਕਮੀ ਕੋਈ ਨਹੀਂ, ਬੁਰਿਆਂ ਦੀ ਵੀ ਕਮੀ ਕੋਈ ਨਹੀਂ ਭਾਈ। ਇਹ ਮਿਕਸਚਰ ਹੀ ਹੈ। ਇਸ ਕਰਕੇ ਇਹ ਮਾਈਂਡਫੁਲਨੈਸ ਸਾਨੂੰ ਦੇ ਰਹੇ ਨੇ ਇੱਕ ਤਰ੍ਹਾਂ ਦਾ। ਆਪਣੇ ਆਪ ਨੂੰ ਇਸ ਬਾਬਤ ਪਹਿਲਾਂ ਹੀ ਅਵੇਅਰ ਰੱਖਿਆ ਜੇ। ਇਹ ਦੁਨੀਆ ਇਸੇ ਤਰ੍ਹਾਂ ਦੀਆਂ ਚੋਇਸਿਸ ਬਣਾਉਣੀਆਂ ਤੁਸੀਂ। ਇੱਥੇ ਚੋਰ ਵੀ ਮਿਲਣਗੇ, ਇੱਥੇ ਸਾਧ ਵੀ ਮਿਲਣਗੇ, ਇੱਥੇ ਚੰਗੇ ਵੀ ਮਿਲਣਗੇ, ਇੱਥੇ ਬੁਰੇ ਵੀ ਮਿਲਣਗੇ, ਇੱਥੇ ਵੀ ਮਿਲਣਗੇ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਹਿ ਮਾਨ। ਪਰ ਇੱਥੇ ਵੀ ਮਿਲਣਗੇ असंख गलवट हत्या कमाहे, असंख पापी पाप कर जाहे, असंख कुड़ियार कूड़े फिराहे। तो बाबा जी जो अपने बारे गल करते, महाराज कहते मैं भी सिखण वालियां विच हां, मैं भी अजे अपने आप नूं कुछ बनाउणा आ, कुछ सवारना आ। क्यों? क्योंकि मैनू भी इन्नी की समझ है भी नानक नीच कहे विचार, मैं बड़ा नीवा आ, मैं बड़ा अदना आ। यह है इत्थे ਉਹਨੂੰ ਉੱਚਿਆਂ ਕਿਹਾ ਗਿਆ, ਉਹਨੂੰ ਵਡਿਆਇਆ ਗਿਆ, ਜਿਹਦੇ ਕਰਕੇ ਅਸੀਂ ਸਭ ਇਸ ਧਰਤੀ ਦੇ ਉੱਤੇ ਜੀਵਨ ਮਾਣ ਰਹੇ ਹਾਂ। ਤੇ ਉਹਦੇ ਨਾਲ ਹੀ ਸਾਂਝ ਬਣਾਉਣੀ ਹੈ। ਉਹਦੀ ਹੀ ਵਡਿਆਈ, ਉਹਦੀ ਹੀ ਤਾਰੀਫ, ਉਹਦੀ ਹੀ ਸਤੁਤੀ, ਉਹਦੀ ਹੀ ਉਸਤਤ ਸਾਨੂੰ ਸੋਭਦੀ ਹੈ। ਅਜੇ ਹੁਣ ਆਸਾ ਕੀ ਵਾਰ ਸੰਪੂਰਨ ਅਰਦਾਸ ਤੋਂ ਪਹਿਲਾਂ ਤੁਸੀਂ ਦੇਖੋ, ਸਮੁੱਚੀ ਆਸਾ ਕੀ ਵਾਰ ਜਦੋਂ ਸਮਾਪਨ ਹੁੰਦੀ ਹੈ ਤੇ ਗੁਰੂ ਬਾਬਾ ਜੀ आखिरकार एडी वड्डी रचना रच रहे हैं, गुरु नानक साहब ही ने। तो उन्होंने पूछा जाए बाबा जी हाँ ये सारी बाणी का परपज़ की है? तो अखीर जब जो कनकलूड करते सारा कोई लास्ट वाली पौड़ी के विच शब्द की है, वड्डे कियां वड्डियाइयां किछ कहना कहन ना जाए। बस भाई ओदियां ही वड्डियाइयां ने जिहदियां कहण तो बाहर ने पाव असीं बयान भी नहीं कर सकते। सो करता कादर करीम, वो करता आ, वो कादर आ, वो करीम आ, तरस करने वाला, कर्म करने वाला है। ते जियां रिजक संभाए, सब नू जिया जंत नू रिजक दे रहा, रिजक आफरीन कर रहा सारे। भावे कि ਉਹਦੇ ਨਾਲ ਸਾਂਝ ਬਣਾਓ, ਉਹਨੂੰ ਦੇਖੋ, ਉਹਨੂੰ ਅਹਿਸਾਸੋ, ਉਹਦੇ ਨਾਲ ਸੁਰਤ ਨੂੰ ਜੋੜੋ। ਜਦੋਂ ਸਾਡੇ ਕੋਲ ਇਸ ਕਿਸਮ ਦੀ ਸੋਚ ਮੰਡਲ ਹੋਏਗਾ
ਜ਼ਿੰਦਗੀ ਜੀਣ ਦਾ ਨਜ਼ਰੀਆ ਬਦਲੇਗਾ, ਜੀਵਨ ਦਾ ਮਕਸਦ ਬਦਲੇਗਾ, ਜੀਵਨ ਕਿਸੇ ਵੱਡੇ ਲੈਵਲ ਤੇ ਜਾਏਗਾ। ਜਿਹੜੇ ਛੋਟੇ ਛੋਟੇ ਜਿਹਨੂੰ ਅਸੀਂ ਮੈਂਟਲ ਹੈਲਥ ਦੀ ਪ੍ਰੋਬਲਮ ਕਹਿੰਦੇ ਆ ਨਾ, ਇਹ ਐਕਚੁਅਲ ਲੈਵਲ ਤੇ ਬੰਦੇ ਦਾ ਸਵਾਰਥੀ ਹੋ ਜਾਣਾ, ਬੰਦੇ ਦਾ ਨੈਰੋ ਮਾਈਂਡਡ ਹੋ ਜਾਣਾ, ਬੰਦੇ ਦਾ ਆਪਣੇ ਬਹੁਤ ਛੋਟੀ ਜਿਸ ਕੂੜ ਦੀ ਦੁਨੀਆ 'ਚ ਕੈਦ ਹੋ ਜਾਣਾ। ਗੁਰੂ ਬਾਬਾ ਜੀ ਬਿਆਨ ਕਰਦੇ, ਮੈਨੂੰ ਇਹ ਚੀਜ਼ ਜਨ ਲੋਕਾਂ ਨੇ, ਸਿਆਣਿਆਂ ਨੇ, ਸੋਝੀ ਵਾਲਿਆਂ ਨੇ ਸਮਝਾ ਦਿੱਤੀ, ਕਿਉਂਕਿ ਉਹਨਾਂ ਨੇ ਮੈਨੂੰ ਸੱਚ ਦੀ ਬਾਣੀ ਸੁਣਾ ਦਿੱਤੀ। ਪ੍ਰਗਟ ਭਈ ਸਭ ਲੋਹ ਮੈਂ ਸੇਵਕ ਕੀ ਰਾਖੀ, ਪ੍ਰਗਟ ਭਈ ਸਭ ਲੋਹ ਮੈਂ ਸੇਵਕ ਕੀ ਰਾਖੀ। ਰਾਖੀ ਰਾਖਾ, ਸੇਵੀਅਰ, ਬਚਾਉਣ ਵਾਲਾ। ਇਹ ਬਾਣੀ ਨੇ ਕਿਹਾ, ਉਹ ਭਲੇ ਬੰਦੇ ਘਬਰਾ ਨਾ, ਡਰ ਨਾ, ਕਿਉਂਕਿ ਨਿਰਭੈਤਾ ਬਾਣੀ ਦਾ ਮੇਨ ਮੈਸੇਜ ਹੈ, ਭੈ ਰਹਿਤ ਕਰਨਾ ਸਾਨੂੰ। ਤੇ ਮਹਾਰਾਜ ਭੈ ਤੇ ਪੈਰ ਪੈਰ ਤੇ ਆਉਂਦਾ, ਡਰ ਤੇ ਲੱਗਦਾ ਹਰ ਗੱਲ ਤੇ, ਛੋਟੀ ਛੋਟੀਆਂ ਗੱਲਾਂ ਤੋਂ ਹੀ ਡਰਦੇ ਹਾਂ। ਸਭ ਕਹਿੰਦੇ ਕਿਉਂ ਡਰਦਾ ਹੈ? ਰਾਖਾ ਏਕ ਹਮਾਰਾ ਸੁਆਮੀ, ਜੋ ਸਾਡਾ ਰਾਖਾ ਆਪ ਸੁਆਮੀ ਹੈ। ਮਹਾਰਾਜ ਉਹ ਦਿਸਦਾ ਭਾਲਦਾ ਤਾਂ ਹੈ ਨਹੀਂ ਕਿਤੇ। ਕੋਈ ਮੁਸੀਬਤ ਆ ਗਈ, ਕੋਈ ਮੁਸ਼ਕਲ ਆ ਗਈ, ਉਹ ਪਤਾ ਨਹੀਂ ਬੌੜੀ ਕਰੇਗਾ ਕਿ ਨਹੀਂ ਕਰੇਗਾ। ਹੁਣ ਜੇ ਤੇ ਹੋਏ ਨਾ ਕੋਈ ਸਾਹਮਣੇ ਹੋਏ, ਸ਼ਰੇਆਮ ਹੋਏ, ਫਿਰ ਤੇ ਬੰਦਾ ਕਹੇਗਾ ਵੀ ਹਾਂ ਭਈ ਉਹ ਆ ਜਾਏਗਾ ਰਾਖੀ ਕਰਨ ਵਾਸਤੇ। ਸ਼ਬਦ ਪੜ੍ਹੋ ਤੁਸੀਂ, ਗੁਰੂ ਬਾਬਾ ਜੀ ਕਹਿੰਦੇ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ। ਫਿਰ ਕਿਆ? ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਚੇਤੇ ਰੱਖੀ, ਜਦੋਂ ਅੰਦਰ ਇਸ ਸੁਖ ਮੰਡਲੇ ਚਲਾ ਜਾਏਗਾ ਨਾ, ਬਾਹਰ ਕੋਈ ਮੁਸ਼ਕਲ ਮੁਸੀਬਤ ਨਹੀਂ ਤੇਰੇ ਵਾਸਤੇ। ਇਹ ਤੇਰੀ ਸੋਚ ਦਾ ਹੀ ਮੰਡਲ ਹੈ, ਇਹ ਪਤਾ ਨਹੀਂ ਕੀ ਮੁਸੀਬਤ ਮੁਸ਼ਕਲ ਆ ਜਾਏਗੀ ਨਾ, ਇਹ ਤੇ ਤੇਰੇ ਅੰਦਰ ਹੀ ਹੈ। ਜਿੰਨਾ ਅੰਦਰ ਵਿਸ਼ਵਾਸ ਨਾਲ ਪਰਦਾ ਲਗਾ ਜਾਏਗਾ, ਬਾਹਰ ਦੀ ਦੁਨੀਆ ਉਨੀ ਹੀ ਸੋਭਨੀਕ ਤੇ ਵਧੀਆ ਹੁੰਦੀ ਲੱਗੀ ਜਾਏਗੀ। ਇੱਥੇ ਜ਼ਿਕਰ ਆਇਆ, ਪ੍ਰਗਟ ਭਈ ਸਭ ਲੋਹ ਮੈਂ ਸੇਵਕ ਕੀ ਰਾਖੀ। ਹੁਣ ਉਸ ਸੇਵਕ ਦੀ, ਜਿਹੜਾ ਉਸ ਬਾਣੀ ਦੇ ਨਾਲ ਜੁੜ ਕੇ, ਕਿਉਂਕਿ ਸੇਵਕ ਦਾ ਮਤਲਬ ਹੀ ਹੁੰਦਾ ਸੈਲਫਲੈਸ, ਸਰਵ ਕਰਨ ਵਾਲਾ ਬੰਦਾ। ਅਦਰਵਾਈਜ਼ ਸੈਲਫਿਸ਼ ਹੋ ਕੇ ਸਰਵ ਕਰਨ ਵਾਲੇ ਲੋਕ ਤੇ ਮਿਲ ਜਾਣਗੇ ਤੁਹਾਨੂੰ ਬੜੇ। ਮੈਂ ਫਿਰ ਪਹਿਲਾਂ ਹੀ ਬੇਨਤੀ ਕੀਤੀ, ਜਿੰਨਾ ਸੈਲਫਿਸ਼ ਹੋਵਾਂਗੇ, ਜਿੰਨੇ ਸਵਾਰਥੀ ਹੋਵਾਂਗੇ, ਜਿੰਨੇ ਹਵਸਗੀਰ ਹੋਵਾਂਗੇ, ਉਤਨਾ ਮਰਾਂਗੇ। ਦੁੱਖ ਹੋਰ ਕੁਛ ਨਹੀਂ, ਦੁੱਖ ਸਾਡੀ ਵਧੀ ਹੋਈ ਸਵਾਰਥ ਹੈ। ਜਿੰਨਾ ਬੰਦਾ, ਮਤਲਬ ਇਹਨੂੰ ਕਿਹਾ ਜਾਂਦਾ ਹੈਗਾ ਕਿ ਜਿਹੜਾ ਮੀਨ ਟਾਈਪ ਆਫ ਬਿਹੇਵੀਅਰ ਆ, ਮੀ ਐਂਡ ਮਾਈ ਸੈਲਫ, ਨਥਿੰਗ ਐਲਸ, ਮਰੇਗਾ। ਜਿੱਥੇ ਬੰਦਾ ਥੋੜਾ ਆਪਣੇ ਆਪ ਤੋਂ ਉੱਪਰ ਉੱਠ ਜਾਏਗਾ, ਆਲੇ ਦੁਆਲੇ ਦੇ ਦੁੱਖ ਸੁੱਖ ਨੂੰ ਵੇਖੇਗਾ, ਯੂਨੀਵਰਸਲ ਆਈਡੈਂਟੀਟੀ ਰੱਖਣ ਵਾਲੇ ਪਾਸੇ ਤੁਰੇਗਾ, ਇੱਕ ਪਾਰਟਿਸਪੇਸ਼ਨ ਕਰੇਗਾ ਸਾਰਿਆਂ ਦੇ ਵਿੱਚ, ਆਪਣਾ ਦੁੱਖ ਸੁੱਖ ਤੇ ਕੁਝ ਵੀ ਨਹੀਂਗਾ। ਇੰਜ ਲੱਗੇਗਾ, ਕਰਤਾਰ ਤੂੰ ਤੇ ਮੈਨੂੰ ਬਹੁਤ ਬੜਾ ਕੁਝ ਬਖਸ਼ ਦਿੱਤਾ ਆ, ਬੜਾ ਕੁਝ ਨਵਾਜ ਦਿੱਤਾ ਆ। ਇਸ ਲਈ ਬਾਣੀ ਨੇ ਕਿਹਾ, ਦੁਖੀਆਂ ਦੀ ਸੇਵਾ ਕਰੋ, ਰੋਗੀਆਂ ਦੀ ਸੇਵਾ ਕਰੋ, ਆਲੇ ਦੁਆਲੇ ਨੂੰ ਸਰਵ ਕਰੋ। ਤੁਹਾਨੂੰ ਸਰਵ ਕਰਦਿਆਂ ਹੋਇਆ ਪਤਾ ਲੱਗੇਗਾ, ਦਾਤਾ ਤੂੰ ਕਿੰਨਾ ਮਿਹਰਬਾਨ ਹੈ, ਤੂੰ ਕਿੰਨਾ ਵੱਡਾ ਆ। ਇਹ ਸ਼ਬਦ ਪੜ੍ਹਦੇ ਨਾ, ਮਿਹਰਬਾਨ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਇਹ ਤਾਂ ਹੀ ਮੂੰਹ ਚੋਂ ਨਿਕਲੇਗਾ ਨਾ ਜਦੋਂ ਆਹ ਸਾਰਾ ਕੁਝ ਵੇਖਾਂਗੇ। ਤੇ ਜੇ ਆਪਣੇ ਉੱਤੇ ਫੋਕਸ ਕਰਕੇ ਰੱਖਾਂਗੇ ਤੇ ਹਰ ਵਕਤ ਤ੍ਰਿਸ਼ਨਾਲੂ ਬਿਰਤੀ 'ਚ ਜੀਵਾਂਗੇ, ਈਰਖਾ ਦਵਾਇਖ ਵਿੱਚ ਜੀਵਾਂਗੇ, ਸਾੜੇ ਵਿੱਚ ਜੀਵਾਂਗੇ, ਇਹਦੇ ਵਿੱਚ ਜੀਵਾਂਗੇ, ਓਹੋ ਮੈਂ ਤੇ ਕਮੀ ਰਹਿ ਗਈ, ਘੱਟ ਰਹਿ ਗਿਆ, ਫਲਾਂ ਰਹਿ ਗਿਆ। ਭਾਈ ਫਿਰ ਕਿਸੇ ਹੋਰ ਨੂੰ ਮਾਰਨ ਵਾਸਤੇ ਆਉਣ ਦੀ ਲੋੜ ਨਹੀਂ ਸਾਨੂੰ। ਅਸੀਂ ਆਪਣਾ ਗਲ ਆਪ ਘੁੱਟ ਰਹੇ ਹਾਂ, ਆਪ ਹੀ ਸੋਫੋਕੇਸ਼ਨ ਆਪਣੇ ਲਈ ਪੈਦਾ ਕਰ ਰਹੇ ਹਾਂ, ਆਪ ਹੀ ਆਪਣੇ ਆਪ ਨੂੰ ਤੰਗ ਕਰ ਰਹੇ ਹਾਂ। ਇਹੀ ਪਾਪ ਹੈ। ਮਹਾਰਾਜ ਕਹਿੰਦੇ, ਇਹੋ ਜਿਹੀ ਸਿੱਖਿਆ ਮਿਲ ਗਈ, ਜਿਸ ਸਿੱਖਿਆ ਨਾਲ ਪਤਾ ਲੱਗਾ ਉੱਥੇ ਮੇਰਾ ਰਾਖਾ ਆ, ਹਰ ਵਕਤ ਮੈਨੂੰ ਪੈਰ ਪੈਰ ਤੇ ਮੇਰੀ ਬਾਂਹ ਫੜ ਰਿਹਾ ਹੈ। ਪ੍ਰਗਟ ਭਈ ਸਭ ਲੋਹ ਮੈਂ, ਇੰਝ ਲੱਗਾ ਸਾਰੀ ਚਾਰ ਚੁਫੇਰੇ ਉਹਦੀ ਰਾਖੀ ਪ੍ਰਗਟ ਹੋ ਗਈ ਹੈ, ਉਹਦੀ ਹੋਂਦ ਮੈਨੂੰ ਨਜ਼ਰ ਆ ਰਹੀ ਹੈ, ਹਾਜ਼ਰਾ ਹਜ਼ੂਰ ਆ ਉਹ, ਮੈਂ ਉਹਦੇ ਤੋਂ ਬਾਹਰ ਹੋ ਹੀ ਨਹੀਂ ਸਕਦਾ, ਉਹ ਹਰ ਵਕਤ ਮੇਰੇ ਅੰਗ ਸੰਗ ਹੈ। ਇਹੋ ਜਿਹੇ ਬਚਨ ਨੇ, ਇਹ ਮੌਲਿਕ ਰੂਪ ਦੇ ਜਿਹੜੇ ਗੁਰੂ ਸਾਹਿਬ ਇਹਨਾਂ ਪਾਵਨ ਪਦਿਆਂ ਦੇ ਜ਼ਰੀਏ ਸਾਨੂੰ ਸਮਝਾ ਰਹੇ ਨੇ। ਜੇ ਅਸੀਂ ਬਿਲਕੁਲ ਸ਼ੁਰੂਆਤੀ ਪਦੇ 'ਚ ਆ ਜਾਈਏ ਤੇ ਗੁਰਦੇਵ ਕਹਿੰਦੇ ਨੇ, ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਸਾਗਰ ਪਾਣੀ ਨੂੰ ਕਿਹਾ ਜਾਂਦਾ, ਤੇ ਪਾਣੀ ਵੀ ਬਹੁਤ ਜ਼ਿਆਦਾ। ਬੰਦਾ ਧਰਤੀ ਦੇ ਉੱਤੇ ਰਹਿ ਕੇ ਜੀਵਨ ਜੀ ਸਕਦਾ ਆ, ਪਾਣੀ ਦੇ ਵਿੱਚ ਥੋੜ੍ਹਾ ਬਹੁਤਾ ਸਮਾਂ ਤਰਨ ਵਾਸਤੇ, ਫਨ ਲਈ ਜਾਂ ਕਿਤੇ ਲੰਘਣ ਵਾਸਤੇ ਪਾਣੀ ਵਿੱਚੋਂ ਥੋੜ੍ਹਾ ਬਹੁਤਾ ਰਸਤਾ
ना होए तो उधरों तर के लंघ जाए या बेड़ी च लंघ जाए, इन्ना की हुंदा। पर जे बंदे नूं तुसीं समुंदर च सट दिओ की होएगा? गोते खाएगा, तो कल्ले गोते नहीं खाएगा, खत्म हो जाएगा। जिहड़ा ये समुंदर है ये कल्ला पानी का नहीं हैगा। सब तो वड्डा समुंदर असीं सारे कैरी करी बैठे हैं अपने अंदर सोचां दा, चिंतावां, फिकर, ओवर थिंकिंग, बहुत ज़्यादा अंदर दी दुनिया दे विच सब ये सागर। बाहर दा सागर ते फिर बंदा तर जांदा, वड्डे वड्डे बेड़े भजाई फिरदा विच उहदे। अंदर दे सागर दे विच, अंदर दे सागर दे विच ते हालत ये है कि बंदे नूं रात कट्टनी भी औखी हो जाती, नींद ही नहीं आती कई बार। सारी रात बंदा पैंदा कहंदा रात ते बह के कट्टी रात, हद हो गई। 7-8 घंटे की रात सी, दिने सारे दिन मौका मिलिया रात नूं बिस्तरे उत्ते पैण दा, सो आराम नाल। कहंदा कमाल, सो मैं तो नहीं सो सकिया। क्यों? किसी ने तेनों तंग किया, किसी ने तेनों सोण नहीं दिता, मारिया कुटिया ना, कुछ नहीं। फिर की होया पता नहीं, अंदर कुछ चलदा रहा। सागर, ये सागर है, ये समुंदर है, छल्ला मार रहा। किवें निकलांगे बाहर इस तों? साहिब महाराज कहंदे ट्रीटमेंट तो है भाई, यह सागर सोई तरह जो हर गुण गाए, जिन्हों हरि का गुणगान करना आ जाए। ये तुम दी बाणी जिहड़ी है हरि का गुणगान है, ਉਹਦੀ ਵਡਿਆਈ है, ਉਹਦੀ स्तुति है। ਬੰਦਾ ਆਲੇ ਦੁਆਲੇ ਦੀ ਸੇਵਾ ਕਰੇ, ਆਲੇ ਦੁਆਲੇ ਦੇ ਨਾਲ ਨਾਤਾ ਸਥਾਪਿਤ ਕਰੇ, ਕਿਉਂਕਿ ਵਿੱਚ ਦੁਨੀਆ ਸੇਵ ਕਮਾਈ ਹੈ, ਦੁਨੀਆ ਸੇਵਾ ਕਰਨ ਵਾਸਤੇ ਮਿਲੀ ਹੈ। ਬੰਦੇ ਵੈਸੇ ਸੋਚ ਦਾ ਲੈਵਲ ਹੀ ਹੈ, ਜਿਵੇਂ ਸਾਹਿਬ ਜ਼ਿਕਰ ਕਰਦੇ ਨਾ, ਕਈ ਕੋਟ ਕਾਲੇ ਥਕ ਪਾਏ, ਕਈ ਕੋਟ ਬੈਠਤ ਹੀ ਖਾਏ। ਮਤਲਬ ਇਹੋ ਜਿਹੇ ਵੀ ਹੈਗੇ ਨੇ ਕਈਆਂ ਨੂੰ ਤਾਂ ਹੁੰਦਾ ਵੀ ਚਲੋ ਬਸ ਆਪਾਂ ਜਿੰਨਾ ਵੱਧ ਤੋਂ ਵੱਧ ਲੁੱਟ ਲਈਏ, ਖੋਹ ਲਈਏ, ਸੇਵਾ ਕਰਾ ਲਈਏ ਦੂਜਿਆਂ ਤੋਂ। ਹੈ ਕਈ ਸੋਚਦੇ ਛੱਡੋ ਪਰਾਂ, 4 ਦਿਨਾਂ ਦੀ ਜ਼ਿੰਦਗੀ, ਕਿਸੇ ਨੂੰ ਸਰਵ ਕਰਕੇ ਜਾਂਦੇ ਆ, ਕਿਸੇ ਦਾ ਭਲਾ ਕਰਕੇ ਜਾਂਦੇ ਆ। ਸੋ ਇਹ ਸੋਚ ਦਾ ਲੈਵਲ ਹੈ ਆਪੋ ਆਪਣਾ। ਇਹ ਸੰਸਾਰ ਸੇਵਾ ਵਾਸਤੇ ਮਿਲਿਆ। ਜੇ ਚੀਜ਼ ਨਾ ਹੁੰਦੀ ਗੁਰੂ ਸਾਹਿਬ ਕਦੀ ਮਨੁੱਖਤਾ ਦੀ ਸੇਵਾ 'ਚ ਨਾ ਲੱਗਦੇ। ਪੂਰਾ ਪੂਰਾ ਜੀਵਨ ਲਾ ਦਿੱਤਾ, ਆਪਣਾ ਆਪਾ ਲਾ ਦਿੱਤਾ, ਪਰਿਵਾਰ ਲਾਤਾ ਪੂਰੇ ਦਾ ਪੂਰਾ, ਲਿਟਰਲੀ ਤੌਰ ਤੇ ਕੁਰਬਾਨ ਕਰਤਾ ਸੇਵਾ ਇਸ ਰੂਪ ਦੇ ਵਿੱਚ। ਸੋ ਇਹ ਸੰਸਾਰ ਤਾਂ ਹੈ ਸੇਵਾ ਵਾਸਤੇ। ਹੁਣ ਬਾਤ ਰਹੀ ਕਿ ਬਾਹਰਲੇ ਸੰਸਾਰ ਦੀ ਸੇਵਾ ਤੇ ਤਾਂ ਕਰ ਪਾਵਾਂਗੇ ਜੇ ਆਪਣਾ ਸੰਸਾਰ ਸੰਭਲੇਗਾ। ਤੇ ਆਪਣੇ ਸੰਸਾਰ ਦੇ ਵਿੱਚ ਵੀ ਆਪਣੀ ਸੋਚ, ਆਪਣੇ ਖਿਆਲ, ਆਪਣੀ ਉਸ ਕਿਸਮ ਦੇ ਉਸ ਲੈਵਲ ਤੇ। ਇਹਦੇ 'ਚ ਸਭ ਨੇ ਕਿਹਾ ਹਰ ਗੁਣ ਗਾਏ, ਵਡਿਆਈ ਸਤੁਤੀ ਗਾ ਹਰੀ ਦੀ, ਅਕਾਲ ਪੁਰਖ ਵਾਹਿਗੁਰੂ ਦੀ। ਜਿੰਨੀ ਉਹਦੀ ਵਡਿਆਈ ਗਾਏਗਾ ਬੰਦਾ ਕਹੇ ਕਿਵੇਂ ਵਡਿਆਵਾਂ ਉਹਨੂੰ, ਕਿਵੇਂ ਉਹਦੀ ਸਤੁਤੀ ਕਰਾਂ। ਪੂਰੀ ਬਾਣੀ ਉਹਦੀ ਵਡਿਆਈ ਨਾਲ ਭਰੀ ਪਈ ਹੈ। ਮੈਂ ਜੇ 2-4 ਬਚਨ ਬਾਣੀ ਚੋਂ ਕਹਾਂ, ਆਪਨੇ ਅਸੀਂ ਜਿਵੇਂ ਸੁਖਮਨੀ ਸਾਹਿਬ ਰਚਨਾ ਪੜ੍ਹਦੇ ਹਾਂ, ਤੁਸੀਂ ਪਤਾ ਕਿੰਨੀ ਵਾਰੀ ਪੜ੍ਹਿਆ ਹੋਣਾ, ਬੇਸ਼ੁਮਾਰ, ਅਥਾਹਾ, ਅਗਨਤ, ਅਤੋਲਾ। ਹੁਣ ਬੇਸ਼ੁਮਾਰ ਸ਼ਬਦ ਕੋਸ਼ ਜੇ ਤੁਹਾਡੇ ਕੋਲ ਹੋਏ, ਮਹਾਨ ਕੋਸ਼ ਜਾਂ ਕੋਈ ਹੋਰ ਡਿਕਸ਼ਨਰੀ ਫੋਲ ਕੇ ਵੇਖਿਓ ਜੇ। ਅਗਨਤ, ਅਤੋਲਾ, ਇਹ ਕੀ ਲਫ਼ਜ਼ ਨੇ? ਭਾਵ ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਾਪਿਆ ਨਹੀਂ ਜਾ ਸਕਦਾ। ਤੂੰ ਬੜਾ ਬੇਅੰਤ ਹੈ, ਤੂੰ ਬੜਾ ਵੱਡਾ ਹੈ, ਤੂੰ ਅਗੰਮ ਹੈ, ਤੂੰ ਅਥਾਹ ਹੈ। ਵਡਿਆਈ ਹੋ ਰਹੀ ਸਾਰੀ ਦੀ ਸਾਰੀ। ਜਿੰਨੇ ਉਸ ਵੱਡੇ ਦੇ ਗੁਣ ਗਾਵਾਂਗੇ, ਜਿੰਨੀਆਂ ਉਹਦੀਆਂ ਵਡਿਆਈਆਂ ਕਰਾਂਗੇ, ਜਿਹੜਾ ਆਪਣਾ ਸਾਗਰ ਆ, ਜਿਸ ਸਾਗਰ 'ਚ ਗੋਤੇ ਖਾ ਰਹੇ ਹਾਂ, ਚਿੰਤਾਵਾਂ, ਫਿਕਰ, ਉਹਨਾਂ ਸਭ ਤੇ ਉਹਨਾਂ 'ਚੋਂ ਬਾਹਰ ਆ ਜਾਵਾਂਗੇ। ਪਤਾ ਲੱਗੇਗਾ ਜੇ ਇਤਨੇ ਬੇਅੰਤ ਨਾਲ ਜੁੜੇ ਆ, ਇਤਨੇ ਬੇਅੰਤ ਨਾਲ ਸਾਂਝ ਆ, ਜਿਹਦੇ ਕੋਲ ਕਮੀ ਖਾਮੀ ਕੋਈ ਨਹੀਂ ਗਈ। ਇਹਨੂੰ ਬਾਣੀ ਇਹ ਕਹਿੰਦੀ ਹੈ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਚੰਦਾ। ਜਦੋਂ ਤੂੰ ਸਭ ਕਾਸੇ ਦਾ ਮਾਲਕ ਮੇਰੇ ਵੱਲ ਖੜਾ ਆ, ਮੈਂ ਮੁਛੰਦਗੀ ਕਿਉਂ ਰੱਖਾਂ? ਫਿਰ ਇਹ ਸ਼ਬਦ ਪੜ੍ਹਦੇ ਹਾਂ, ਮਨ ਕਿਉਂ ਬੈਰਾਗ ਕਰੇਗਾ। ਬੈਰਾਗ ਦੀ ਹਾਲਤ ਰੁਦਨ ਦੀ ਹਾਲਤ ਹੈ। ਉਹ ਹਾਲਤ ਹੈ ਜਿਹਦੇ ਵਿੱਚ ਅਧਰੇਵਾਂ ਪਿਆ ਆ। ਉਹ ਕੋਈ ਚੀਜ਼ ਟੁੱਟ ਗਈ, ਕੋਈ ਗਵਾਚ ਗਈ, ਕੁਝ ਮਿਲਿਆ ਨਹੀਂ, ਕੁਝ ਵਿਛੜ ਗਿਆ। ਇਹ ਸਾਰਾ ਰੋਣਾ ਹੀ ਹੁੰਦਾ ਹੈ। ਸਭ ਕਹਿੰਦੇ ਕਿਉਂ ਕਰੇਗਾ, ਮਨ ਕਿਉਂ ਬੈਰਾਗ ਕਰੇਗਾ। ਮਹਾਰਾਜ ਕੀ ਕੀਤਾ ਜਾਏ, ਕੋਈ ਧਾਰਸ ਵੀ ਤੇ ਮਿਲੇ। ਸਭ ਕਹਿੰਦੇ ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਭਰਪੂਰਾ। ਉਹ ਤੇਰੇ ਅੰਦਰ ਦੀਆਂ ਮਨਸਾਵਾਂ ਦੀ ਪੂਰਤੀ ਕਰਨ ਵਾਲਾ ਹੀ, ਅੰਮ੍ਰਿਤ ਦਾ ਸਰੋਵਰ ਹੀ। ਜਦੋਂ ਉਹਦੇ ਵੱਲ ਨੂੰ ਵਧੇਗਾ,
ये खारा सागर, ये फिक्रां दा सागर, ये तर जाएगा, ये निबड़ जाएगा। इत्थे क्या, ये सागर सोई तरह जो हर गुण गाए। फिर लिटरली क्या, साध संगत कै संग बसै, वसै वड भागी पाए। साध संगत के संग वसै। देखो जिहड़ा संग है ना, मतलब जिन्हों कह लो कंपनी, ये फिजिकल नहीं होंदी। फिजिकल तो बंदा टब्बर च रहिंदा है, 5-4 मैंबर ने घर दे विच, पर फिर सोच दे मंडल ते सारा लगदा सारे दुश्मन ने मेरे, ये सारे मैनू कोई नहीं समझदा। फिजिकली तो परिवार च रह रहे हैं, फिर कल्ला किवें है? भाई कल्ला हो सकता है, क्योंकि सोच मंडल की गल है। तो कई बार बंदा अपने परिवार तो आले दुआले तो बड़ी दूर बैठा है, पर सोच के मंडल तो इक्को लैवल ते है। ये जिहड़ी चीज़ आ, ये संगत आ। तो साहब महाराज बयान करदे, इहो जी संगत मिल जाए, आले दुआले तो इहो जिहा संग मिल जाए, साथ मिल जाए, जिहड़ा सानू समझे, जिन्हों असी समझ सकीए, तो एक प्लेटफार्म ते आ जाइए। ये है 100 सियाणे इक्को मत, मूर्ख आपो अपनी। भाई जे तो मूर्खता वाले पासे वधांगे तो फिर तो आपो अपनी मत है, तो कोई संग साथ नहीं गा। फिर तो जिन्ने मूर्ख दिमाग इकट्ठे करोगे, आपो अपने राह ने, कलेश है, झगड़ा है, मुफाद है, होर कुछ भी नहीं। इस करके साहब ने बयान किया बाणी दे विच कि मूर्खां सिर मूर्ख है, मन्ने ना ही नाओ। जिहड़ा नाम नूं नहीं मनदा, उस तो वड्डा मूर्ख ही कोई नहीं। तो इहो जे मूर्ख नाल की संग सांझ बनेगी? तो मूर्खां दी आपस में कोई सांझ नहीं हुंदी, सांझ सियाणियां दी हुंदी है। सो इसे क्या, जो साध संगत के संग वसै, जो इहो जी संगत जिन्हें बनानी सिख लई, उस किस्म का साथ जिन्होंने मिल गया, वडभागी पाए। समझो भाग मथोर हो गए, वडभागी हो गए, बंदे की किस्मत सरबुलंद हो गई। अगन सागर ते काढ़िया, प्रभ जलन बुझाई। फिर महाराज ने उस सागर की होर फर्दर एक्सप्लेनेशन की, व्याख्या की। क्या, अगन सागर ते काढ़िया, ये सागर पानी का नहीं, अगन का सागर है। लिटरली तौर पर क्या है, चिंता चिता बराबर है। भाई गल ये अग है, इन्होंने गुरु साहब ने बाणी च लिखा, जेड़ा अगन बराबर तपै, पीतर वगै कांति। इन्होंने गुरु साहब ने बाणी च लिखिया, जियो डरत है अपना, क्या सो करी पुकार। जो तो बंदा इस संसार सागर दे विच अग दियां लपटां चों लंघदा है ना, तो फिर हालत यह है, बार विडानड़े हुम्मस धुम्मस, कूकां पईयां राही। बड़ा मैटाफोर सिरजिया कमाल दा। बार विडानड़े हुम्मस धुम्मस, एक बड़ी वड्डी बार जंगल आ, ते उस जंगल दे विच जीव घिर गया, तो जंगल नूं अग लग गई है। हुण एडे वड्डे जंगल नूं अग लगी होए, हुम्मस धुम्मस, उहदे विच हुम्मस भी वध रही है, अग दी सेक वध रहा है, धुआं वध रहा है बेतहाशा, चार चपेरे, कूकां पईयां राही, ते बंदा कूक रहा, रौला पा रहा है। एडे वड्डे जंगल दे विच जिथे इन्नी अग लगी है, जिथे धुआं ते हुम्मस तो बिना कुछ है नहीं, कौन सुनेगा उहदी पुकार? ये बाहर दी नहीं गल हो रही है, मन मंडल की गल हो रही है। फिरते बंदा करलाएगा, फिर तो अल्टीमेटली उत्थे फिर आइसोलेट हो जाएगा बिल्कुल। साहब कहंदे, अगन सागर ते काढ़िया, उस बार विडानड़ी, उस अवस्था दे विचों भी हाथ दे के बाहर कढ़न वाली शक्ति, उस चीज तो बचाने वाली शक्ति। प्रभ जलन बुझाई, उन्हें जल्दी हुई ये सारी अवस्था मुका दी, भाव शांति दिती, अंदर टका दिता। अमृत नाम जल संचिया, गुर पए सहाई। उन्हें किया कि मैं अमृत नाम जल संचिया, ये जल कोई होर नहीं गा, अमृत नाम का जल आ। जिमें जिमें सिंचांगे, गुरु साहब ने बड़े शब्द लिखे बाणी दे विच, किते महाराज ये कहिंदे कि अमृत सिंचो भरो के आरे, तो माली के हो। अमृत सिंचो भरो के आरे, जिमें जिमें तुसी, जिमें सपोज पुराने समय लोग अजकल ट्यूबवैल्स वगैरह मिल जाते हैं सानू। पुराने समय सिंपल वैल होंदे सीगे, खूह होंदे सीगे।
ਖੂਹਾਂ 'ਚੋਂ ਪਾਣੀ ਕੱਢਦੇ ਸੀਗੇ ਅਤੇ ਪਾਣੀ ਕੱਢ ਕੇ ਆਪਣੇ ਕਿਆਰੇ ਆਪਣੇ ਖੇਤਾਂ ਨੂੰ ਸਿੰਚਦੇ ਸੀਗੇ। ਹੁਣ ਅੰਮ੍ਰਿਤ ਬਾਣੀ ਹੈ ਇਸ ਤਰ੍ਹਾਂ ਖੂਹ ਹੈ, ਇੱਕ ਸੋਰਸ ਆਫ ਵਿਜ਼ਡਮ ਆ। ਇਹਦੇ ਵਿੱਚੋਂ ਪਾਣੀ ਕੱਢ ਕੱਢ ਕੇ ਆਪਣੇ ਜੀਵਨ ਨੂੰ ਸਿੰਚੋ, ਕਿਆਰੇ ਹੋ ਭਰੋ। ਜਿਵੇਂ ਭਰੋਗੇ ਤਾਂ ਮਾਲਿਕੇ ਹੋਵੋ। ਹੁਣ ਸਪੋਜ਼ ਕੋਈ ਨੌਕਰ ਆ ਅਤੇ ਉਹ ਆਪਣੇ ਮਾਲਕ ਉਹਦੀ ਖੁਸ਼ੀ ਲੈਣ ਵਾਸਤੇ ਕਿਆਰੇ ਭਰਦਾ ਹੈ। ਮਾਲਕ ਆਉਂਦਾ ਆ ਕੇ ਵੇਖਦਾ, ਵਾਹ ਬੜੀ ਮਿਹਨਤ ਕੀਤੀ ਭਾਈ ਤੂੰ ਤੇ 15 20 50 ਕਿਆਰੇ ਭਰਤੇ ਪਾਣੀ ਦੇ, ਵਾਹ ਭਾਈ ਤੇਰੇ ਤੇ ਬੜੀ ਖੁਸ਼ੀ, ਤੈਨੂੰ ਇਨਾਮ ਮਿਲੇਗਾ। ਐਕਚੁਅਲੀ ਮਾਲਕ ਤੇ ਆਪ ਹੀ ਆ ਉਹ। ਸਾਨੂੰ ਤਾਂ ਉਹਨੇ ਵਕਤੀ ਤੌਰ 'ਤੇ ਜ਼ਿੰਦਗੀ ਦਿੱਤੀ ਹੈ ਥੋੜ੍ਹੀ ਜਿਹੀ ਖੇਡਣ ਮਾਲਣ ਵਾਸਤੇ, ਅਤੇ ਇਸ ਜ਼ਿੰਦਗੀ ਨੂੰ ਅਸੀਂ ਚਿੰਤਾਵਾਂ ਫਿਕਰਾਂ ਹਿਰਸਾਂ ਇਹਨਾਂ ਦੇ ਨਾਲ ਹੀ ਭਰ ਲਈਏ। ਮਾਲਕ ਖੁਸ਼ ਹੋਏਗਾ? ਬਿਲਕੁਲ ਨਹੀਂ ਖੁਸ਼ ਹੋਏਗਾ। ਉਹ ਤਾਂ ਖੁਸ਼ ਹੋਏਗਾ ਜਿਹਨੂੰ ਗੁਣਾਂ ਨਾਲ ਭਰਾਂਗੇ, ਇਹਨੂੰ ਕਿਸੇ ਚੰਗੇਰੇ ਆਦਤਾਂ ਨਾਲ ਭਰਾਂਗੇ। ਉਹ ਬਾਣੀ 'ਚੋਂ ਅਸੀਂ ਇਸ ਕਿਸਮ ਦੀ ਸਿੱਖਿਆ ਸਿੰਚ ਕੇ ਆਪਣੇ ਜੀਵਨ ਨੂੰ ਉਹੋ ਜਿਹਾ ਬਣਾਵਾਂਗੇ, ਉਹ ਬੜਾ ਖੁਸ਼ ਹੋਏਗਾ। ਇਹੀ ਸਿੱਖੀ ਹੈ। ਸਾਹਿਬ ਬਿਆਨ ਕਰਦੇ, ਅੰਮ੍ਰਿਤ ਨਾਮ ਜਲ ਸੰਚਿਆ, ਤੇ ਉਦੋਂ ਸੰਚਿਆ ਗੁਰ ਭਏ ਸਹਾਈ, ਜਦੋਂ ਗੁਰੂ ਨੇ ਸਹਾਇਤਾ ਕੀਤੀ, ਜਦੋਂ ਗੁਰੂ ਨੇ ਬਾਂਹ ਫੜ ਕੇ ਕਿਹਾ ਆਹ ਰਾਹ ਤੇਰੇ ਵਾਸਤੇ ਠੀਕ ਨਹੀਂ, ਆਹ ਰਾਹ ਠੀਕ ਹੈ। ਸਹਾਈ ਹੋਣਾ ਇਹੀ ਹੁੰਦਾ ਆ, ਸਹਾਇਤਾ ਕਰਨੀ, ਕਿਸੇ ਦੀ ਹੈਲਪ ਕਰਨੀ, ਕਿਸੇ ਨੂੰ ਡਾਇਰੈਕਸ਼ਨ ਦੇਣੀ, ਕਿਸੇ ਨੂੰ ਐਸਕੌਟ ਕਰਨਾ, ਕਿਸੇ ਨੂੰ ਗਾਈਡ ਕਰਨਾ, ਕਿਸੇ ਨੂੰ ਲੀਡ ਕਰਨਾ। ਤੇ ਗੁਰੂ ਕਰ ਰਿਹਾ ਵਾਰ-ਵਾਰ, ਗੁਰੂ ਸਹਾਇਤਾ ਕਰਦਾ ਆ। ਗੁਰੂ ਕਹਿੰਦਾ ਤੂੰ ਇਕੱਲਾ ਨਹੀਂ, ਤੈਨੂੰ ਰਾਹ ਨਾ ਦਿਸੇ ਮੇਰੇ ਕੋਲ ਆਈ। ਅਸੀਂ ਚੜ੍ਹਦੀ ਸਵੇਰ ਹੁਕਮਨਾਮੇ ਦਾ ਮਤਲਬ ਕੀ ਹੈ ਸਾਡਾ? ਟੂ ਗੈਟ ਸਮ ਸੋਰਟ ਆਫ ਡਾਇਰੈਕਸ਼ਨ ਇਨ ਆਵਰ ਲਾਈਫ। ਬਾਬਾ ਜੀ, I might get lost in this actually world of, you can say, jungle fire. So please help me. I want your guidance. I want your teachings. And Baba ji is saying, I am providing you. Just come. I am blessing you these teachings. Listen them, perceive them, process them, manifest them, apply them. Guru is always with you. Guru is always blessing you. ਜਿਹੜਾ ਬਚਨ ਕਿਹਾ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ, ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ। ਜਨਮ ਮਰਨ ਦੁੱਖ ਕਾਟਿਆ। ਜਦੋਂ ਇਹ ਤੇ ਅੱਜ ਕੱਲ੍ਹ ਸਟੱਡੀ ਆ ਗਈ ਹੈ ਹਿਊਮਨ ਸਾਈਕੀ ਦੇ ਉੱਤੇ, ਸਾਡੇ ਨਾਲ ਕੋਈ ਚੰਗਾ ਮਾੜਾ ਵਾਪਰਨ ਲੱਗਦਾ ਹੈ ਨਾ, ਬਿਲਕੁਲ ਇੰਸਟੈਂਟ ਜਦੋਂ ਅਸੀਂ ਉਸ ਸਿਚੁਏਸ਼ਨ 'ਚ ਜਾ ਰਹੇ ਹੁੰਦੇ ਹਾਂ, ਇੱਕਦਮ ਸਾਡੇ ਅੰਦਰ ਪਹਿਲਾਂ ਸਾਡਾ ਇਨਰ ਇੰਸਟਿੰਕਟ ਬੋਲਣਾ ਸ਼ੁਰੂ ਕਰ ਦਿੰਦਾ ਵੀ ਆਹ ਚੀਜ਼ ਹੋਣ ਲੱਗੀ ਹੁਣ। ਉਦੋਂ ਟਾਈਮ ਨਹੀਂ ਹੁੰਦਾ ਕੁਝ ਕੰਟਰੋਲ ਕਰਨ ਦਾ ਕੁਝ, ਪਰ ਐਕਚੁਅਲ ਲੈਵਲ 'ਤੇ ਬੰਦੇ ਨੂੰ ਅਹਿਸਾਸ ਹੋ ਜਾਂਦਾ ਵੀ ਹੋ ਰਿਹਾ ਹੁਣ ਪਤਾ ਲੱਗ ਰਿਹਾ ਵੀ ਆਹ ਚੀਜ਼ ਹੋ ਜਾਣੀ ਹੁਣ। ਜਿਹੜਾ ਬੰਦੇ ਦੀ ਸੁਰਤ ਦੇ ਵਿੱਚ ਜਿਹੋ ਜਿਹਾ ਹਾਵ ਭਾਵ ਚੱਲਦਾ ਆ, ਇਹਦੇ ਵਿੱਚੋਂ ਹੀ ਬੰਦਾ ਆਪਣੀ ਜਿਹੜੀ ਰੀਕਾਰਨੇਸ਼ਨ ਆ, ਅਗਲੀ ਜ਼ਿੰਦਗੀ ਹੈ ਸਾਰੀ, ਉਹਨੂੰ ਸਾਰੀ ਨੂੰ ਇਮੈਜਿਨ ਕਰਦਾ ਆ, ਜੰਮਣ ਮਰਨ ਬਣਦਾ ਇਹਦਾ। ਜੇ ਬੰਦੇ ਦੇ ਅੰਦਰ ਦੀ ਦੁਨੀਆ ਤਬਦੀਲ ਹੋਏ, ਸੁੱਖ ਕਾ ਥਾਨ ਪਾਇਆ, ਉਸ ਸਟੇਟ ਆਫ ਮਾਈਂਡ ਨੂੰ ਅਰਨ ਕਰ ਲਏ, ਇਹ ਵੀ ਕੱਟਿਆ ਜਾਂਦਾ ਹੈ। ਗੁਰੂ ਸਾਹਿਬ ਦੀ ਗੱਲ ਕਰਦੇ ਨੇ, ਕਾਟੀ ਸਿਲਕ ਭਰਮ ਮੋਹ ਕੀ ਆਪਣੇ ਪ੍ਰਭਾਇਆ। ਜਦੋਂ ਪ੍ਰਭੂ ਨੂੰ ਪਾ ਗਿਆ, ਚੰਗਾ ਲੱਗਾ, ਮੈਂ ਕਿਹਾ ਦੋ ਮਾਲੀ ਕੇ ਹੋਏ, ਤਾਂ ਮਾਲਕ ਨੂੰ ਚੰਗੇ ਲੱਗ ਗਏ, ਫਿਰ ਭਾਈ ਉਹ ਫਾਹੀ ਕੱਟੀ ਗਈ, ਫਿਰ ਤੇ ਭਰਮ ਮੋਹ ਕੱਟਿਆ ਗਿਆ। ਭਰਮ ਮੋਹ ਹੀ ਫਾਹੀ ਹੈ, ਉਹਦੇ ਤੋਂ ਮੁਕਤੀ ਮਿਲ ਗਈ, ਉਹਦੇ ਤੋਂ ਜੀਵਨ ਜਿਹੜਾ ਹੈ ਉਹ ਮੁਕਤ ਹੋ ਗਿਆ, ਲੈ ਗਿਆ ਉਸ ਰੂਪ ਦੇ ਵਿੱਚ। ਬਿਲਕੁਲ ਅੰਤਰੀਆਂ ਲਾਈਨਾਂ ਨੇ, ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ। ਅਸੀਂ ਆਲੇ ਦੁਆਲੇ ਦੇ ਵਿੱਚੋਂ ਐਕਸਕਿਊਜ਼ਸ ਲੱਭਦੇ ਹਾਂ, ਆਲੇ ਦੁਆਲੇ ਵਿੱਚੋਂ ਬਲੇਮ ਕਰਨ ਲਈ ਲੋਕ ਲੱਭਦੇ ਹਾਂ ਕਿ ਭਾਈ ਉਹਦੇ ਕਰਕੇ ਕੰਮ ਖਰਾਬ ਹੋ ਗਿਆ, ਉਹਦੇ ਕਰਕੇ ਮੁਸ਼ਕਲ ਆ ਗਈ, ਉਹਦੇ ਕਰਕੇ ਜ਼ਿੰਦਗੀ ਖਰਾਬ ਹੋ ਗਈ। ਸਭ ਕਹਿੰਦੇ ਕਰਨ ਕਰਾਉਣ ਵਾਲਾ ਆਪੇ ਆਪ ਹੈ, ਅਤੇ ਉਹ ਆਪੇ ਆਪ ਸਾਡੇ ਵਿੱਚ ਵਰਤਦਾ, ਸਾਡੇ ਆਲੇ ਦੁਆਲੇ ਵਰਤਦਾ। ਸਾਨੂੰ ਉਹਨੇ ਸੋਝੀ ਦਿੱਤੀ ਹੈ, ਜਿੰਨਾ ਉਹਦਾ ਇਸਤੇਮਾਲ ਕਰੀ ਜਾਵਾਂਗੇ ਉਹ ਹੋਰ ਖਜ਼ਾਨਾ ਭਰੀ ਜਾਏਗਾ। ਜਿੰਨੀ ਕੁ ਸੋਝੀ ਦਿੱਤੀ ਉਹਨੇ,
मैं उन्नी मत का इस्तेमाल नहीं करता, तो फिर कहना रब मेरे ते तरस करता नहीं गा। बाबा जी कहते जिहड़ी मत दिती वो तो इस्तेमाल कर, खत्म नहीं होण देगा, होर आ जाएगी, होर आ जाएगी। जिन्ने चंगेरे फैसले करेगा जीवन में, जिन्नियां चंगेरियां चोणां बनाएगा, जिन्नियां वधिया चॉइसिस बनाएगा, मालक तेरे अंग संग होएगा। इत्थे बचन आया, साहब कह रहे मत कोई जानो अबर सब कछ सब प्रभ कै हाथ, सर्ब सुख नानक पाए संग संतन साथ। हे नानक कह मैनू ते सर्ब सुख मिल गए, कदों मिल गए? संग संतन साथ, जदों संत बिरती का साथ मिल गया। जिहदी बात हो रही सीगी कि उन्हां महापुरखां दे बोल बचन मेरे नाल आ गए, जिन्हां ने उहदी बाणी कही, तो उस बाणी नूं मैं अपने जीवन दे विच आधार बना के अपना लिया। उस बाणी दे नाल मेरे जीवन का कल्याण होना जो है वह तय हो गया। साहब रहमत करन ऐसे आलमी अलाही, अगमी वाकई जो सानू चंगेरी प्रेरणा मिले, असी गुरमतीए हो सकीए, साडे जीवन का जीण का ढंग तरीका सलीका गुरमत आशे दे विचों रिफ्लैक्ट हो के आवे। इस किस्म दियां दिली अरदासां ने, विनतियां ने। वरा 400 साला है गुरु तेग बहादुर साहब जी के प्रकाश दिहाड़े का। आउंदे दिनां च असीं वड्डे समागम भी रखांगे। उहदे विच पर यह है कि धन गुरु तेग बहादुर साहब जिन्हां ने सर्ब कल्याण हित, मानव कल्याण हित कुर्बानी का एडा सब तो महानतम जो एक थंम स्थापित किया कि गुरु तेग बहादुर धर्म की चादर, मतलब जिन्हां ने अपने जीवन को धर्म लेखे विच लगा दिता। ऐसी हस्ती, ऐसे गुरु तेग बहादुर साहब, उन्होंने असीं आउंदे दिनां च याद करांगे। उन्होंने प्रकाश दिहाड़े नूं मनाउंदिआं होइआं अज वास्ते इत्थे समाप्ति कर रहे हैं। समा समापन हो चुका आ। किरसानी संघर्ष लई जूझ रहे उन्हां माई पाई दे सफलता ते चढ़दी कला दी अरदास है। इत्थे फतेह बुलाउणा हाँ। वाहिगुरू जी का खालसा, वाहिगुरू जी की फतेह।